أعوذ بالله من الشيطان الرجيم بسم الله الرحمن الرحيم शुरू अल्लाह दे नाम नाल निहायत तरस करने वाला बहुत मेहर करने वाला। تلك حدود الله ومن يطع الله ورسوله يدخله جنات تجري من تحتها الأنهار خالدين فيها وذلك الفوز العظيم। ਇਹ ਨੇ ਹੱਦਾਂ ਅੱਲਾ ਦੀਆਂ ਤੇ ਜਿਹੜਾ ਆਖੇ ਲੱਗੇਗਾ ਅੱਲਾ ਤੇ ਉਹਦੇ ਪੈਗੰਬਰ ਦੇ ਦਾਖਲ ਕਰੇਗਾ ਉਹਨੂੰ ਬਹਿਸ਼ਤਾਂ ਵਿੱਚ ਜਿਨ੍ਹਾਂ ਦੇ ਹੇਠ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ਤੇ ਇਹੋ ਹੀ ਕਾਮਯਾਬੀ ਹੈ ਵੱਡੀ। ومن يعص الله ورسوله ويتعد حدوده يدخله نارا خالدا فيها وله عذاب مهين। ਤੇ ਜਿਹੜਾ ਹੁਕਮ ਮੋੜੇਗਾ ਅੱਲਾ ਤੇ ਉਹਦੇ ਪੈਗੰਬਰ ਦਾ ਤੇ ਟੱਪ ਜਾਏਗਾ ਹੱਦਾਂ ਉਹਦੀਆਂ ਪਾ ਦੇਵੇਗਾ ਉਹਨੂੰ ਅੱਗ ਵਿੱਚ ਸਦਾ ਰਹੇਗਾ ਉੱਥੇ ਤੇ ਉਹਨੂੰ ਖੁਆਰੀ ਦੀ ਮਾਰ ਹੈ। واللاتي يأتين الفاحشة من نسائكم فاستشهدوا عليهن أربعة منكم فإن شهدوا فأمسكوهن في البيوت حتى يتوفاهن الموت أو يجعل الله لهن سبيلا। ਤੇ ਜਿਹੜੀਆਂ ਕਰਨ ਬੇਹਯਾਈ ਦਾ ਕੰਮ ਤੁਹਾਡੀਆਂ ਔਰਤਾਂ ਵਿੱਚੋਂ ਤਾਂ ਗਵਾਹ ਲੱਭੋ ਉਹਨਾਂ ਉੱਤੇ 4 ਮਰਦ ਆਪਣੇ ਮੁਸਲਮਾਨਾਂ ਵਿੱਚੋਂ। ਫੇਰ ਜੇ ਗਵਾਹੀ ਦੇ ਦੇਣ ਤਾਂ ਬੰਦ ਰੱਖੋ ਉਹਨਾਂ ਨੂੰ ਘਰਾਂ ਵਿੱਚ ਜਦ ਤੱਕ ਉਮਰ ਨਾ ਪੂਰੀ ਕਰੇ ਉਹਨਾਂ ਦੀ ਮੌਤ ਜਾਂ ਮੁਕਰਰ ਕਰੇ ਅੱਲਾ ਉਹਨਾਂ ਲਈ ਕੋਈ ਹੋਰ ਰਾਹ। واللذان يأتيانها منكم فآذوهما فإن تابا وأصلحا فأعرضوا عنهما إن الله كان توابا رحيما۔ ਆਖਰ ਸੂਰਤ ਨੂਰ ਵਿੱਚ ਇਸ ਦੀ ਸਜ਼ਾ ਦਾ ਹੁਕਮ ਫਰਮਾਇਆ ਗਿਆ ਤੇ ਜਿਹੜੇ 2 ਮਰਦ ਕਰਨ ਉਹ ਬੇਹਯਾਈ ਦਾ ਕੰਮ ਤੁਹਾਡੇ ਵਿੱਚੋਂ ਫੇਰ ਸਜ਼ਾ ਦਿਓ ਉਹਨਾਂ ਨੂੰ। ਫੇਰ ਜੇ ਤੋਬਾ ਕੀਤੀ ਉਹਨੇ ਤੇ ਸੌਰ ਗਏ ਤਾਂ ਮੂੰਹ ਫੇਰ ਲਓ ਉਹਨਾਂ ਤੋਂ, ਉਹਨਾਂ ਨੂੰ ਕੁਝ ਨਾ ਕਹੋ। ਅੱਲਾ ਜ਼ਰੂਰ ਹੀ ਮੁਰਮੁਰ ਤੋਬਾ ਮੰਨਦਾ ਹੈ, ਮਿਹਰਬਾਨ ਹੈ। إنما التوبة على الله للذين يعملون السوء بجهالة ثم يتوبون من قريب فأولئك يتوب الله عليهم وَكَانَ اللَّهُ عَلِيمًا حَكِيمًا۔ ਤੋਬਾ ਕਬੂਲ ਕਰਨੇ ਦਾ ਵਾਅਦਾ ਅੱਲਾ ਦੇ ਜ਼ਿੰਮੇ ਨਿਰਾ ਉਹਨਾਂ ਹੀ ਲਈ ਹੈ ਜਿਹੜੇ ਕਰਦੇ ਨੇ ਬੁਰਾਈ ਨਾਦਾਨੀ ਨਾਲ ਫਿਰ ਤੋਬਾ ਕਰਦੇ ਨੇ ਥੋੜੇ ਚਿਰ ਪਿੱਛੋਂ। ਸੋ ਉਹ ਨੇ ਜਿਨ੍ਹਾਂ ਦੀ ਤੋਬਾ ਕਬੂਲ ਕਰਦਾ ਹੈ ਅੱਲਾ ਤੇ ਇਹ ਅੱਲਾ ਜਾਣਦਾ ਹਕਮਤ ਵਾਲਾ ਹੈ। وَلَيْسَتِ التَّوْبَةُ لِلَّذِينَ يَعْمَلُونَ السَّيِّئَاتِ حَتَّى إِذَا حَضَرَ أَحَدَهُمُ الْمَوْتُ قَالَ إِنِّي تُبْتُ الْآنَ وَلَا الَّذِينَ يَمُوتُونَ وَهُمْ كُفَّارٌ أُولَئِكَ أَعْتَدْنَا لَهُمْ عَذَابًا أَلِيمًا۔ ਤੇ ਉਹਨਾਂ ਦੀ ਤੋਬਾ ਕਬੂਲ ਕਰਨ ਦਾ ਵਾਅਦਾ ਨਹੀਂ ਹੈ ਜਿਹੜੇ ਕਰਦੇ ਰਹਿੰਦੇ ਨੇ ਬੁਰਾਈਆਂ। ਇੱਥੋਂ ਤੱਕ ਜਦ ਸਾਹਮਣੇ ਆਈ ਕਿਸੇ ਦੇ ਉਹਨਾਂ ਵਿੱਚੋਂ ਮੌਤ ਆਖਣ ਲੱਗਾ ਮੈਂ ਹੁਣ ਤੋਬਾ ਕੀਤੀ ਤੇ ਨਾ ਉਹਨਾਂ ਦੀ ਜਿਹੜੇ ਮਰ ਜਾਂਦੇ ਨੇ ਨਾਲੇ ਉਹ ਮਰਨ ਤੱਕ ਕਾਫਰ ਰਹਿੰਦੇ ਨੇ ਬੇਈਮਾਨ। ਉਹ ਨੇ ਜਿਨ੍ਹਾਂ ਲਈ ਅਸਾਂ ਤਿਆਰ ਕੀਤੀ ਏ ਦੁੱਖ ਦੀ ਮਾਰ।
يَا أَيُّهَا الَّذِينَ آمَنُوا لَا يَحِلُّ لَكُمْ أَن تَرِثُوا النِّسَاءَ كَرْهًا وَلَا تَعْضُلُوهُنَّ لِتَذْهَبُوا بِبَعْضِ مَا آتَيْتُمُوهُنَّ إِلَّا أَن يَأْتِينَ بِفَاحِشَةٍ مُبَيِّنَةٍ وَعَاشِرُوهُنَّ بِالْمَعْرُوفِ فَإِن كَرِهْتُمُوهُنَّ فَعَسَىٰ أَن تَكْرَهُوا شَيْئًا وَيَجْعَلَ اللَّهُ فِيهِ خَيْرًا كَثِيرًا ਐ ਈਮਾਨ ਵਾਲਿਓ ਹਲਾਲ ਨਹੀਂ ਹੈ ਤੁਹਾਨੂੰ ਜੇ ਜ਼ਬਰਦਸਤੀ ਧੱਕਾ ਕਰਕੇ ਔਰਤਾਂ ਦੇ ਵਾਰਿਸ ਬਣ ਬੈਠੋ ਤੇ ਨਾ ਰੋਕ ਰੱਖੋ ਉਹਨਾਂ ਨੂੰ ਤਾਂ ਲੈ ਲਓ ਕੁਝ ਉਸ ਵਿੱਚੋਂ ਜੋ ਦਿੱਤਾ ਸੀ ਤੁਸਾਂ ਉਹਨਾਂ ਨੂੰ ਪਰ ਜੋ ਕਰਨ ਖੁੱਲਾ ਬੇਹਯਾਈ ਦਾ ਕੰਮ ਤੇ ਗੁਜ਼ਰਾਨ ਕਰੋ ਉਹਨਾਂ ਨਾਲ ਅੱਛੀ ਤਰ੍ਹਾਂ ਨਾਲ ਫੇਰ ਜੇ ਉਹ ਤੁਹਾਨੂੰ ਬੁਰੀਆਂ ਲੱਗਣ ਤਾਂ ਸ਼ਾਇਦ ਤੁਹਾਨੂੰ ਬੁਰੀ ਲੱਗੀ ਇੱਕ ਚੀਜ਼ ਤੇ ਕਰੇ ਅੱਲਾ ਉਸ ਵਿੱਚ ਭਲਾਈ ਬਹੁਤ ਇਸ ਆਇਤ ਵਿੱਚ ਦੋ ਹੁਕਮ ਬਿਆਨ ਹੋਏ ਨੇ ਇੱਕ ਤੇ ਇਹ ਜੋ ਬੇਵਾ ਔਰਤ ਆਪਣੇ ਨਿਕਾਹ ਦੀ ਆਪ ਮੁਖਤਾਰ ਹੈ ਮਰਨ ਵਾਲੇ ਦੇ ਭਾਈ ਬੰਦਾਂ ਨੂੰ ਜ਼ੋਰਾਵਰੀ ਨਾਲ ਨਿਕਾਹ ਕਰਾ ਦੇਣਾ ਰਵਾ ਨਹੀਂ ਤੇ ਨਾ ਉਸ ਨੂੰ ਬਾਹਰ ਰੱਖਣਾ ਰਵਾ ਹੈ ਤਾਂ ਹਾਰ ਕੇ ਜੋ ਮਰਨ ਵਾਲੇ ਨੇ ਦਿੱਤਾ ਸੀ ਮੋੜ ਕੇ ਦੇ ਜਾਏ ਹਾਂ ਗੈਰ ਸ਼ਰਅ ਕੰਮ ਤੋਂ ਰੋਕਣਾ ਰਵਾ ਹੈ ਦੂਸਰਾ ਹੁਕਮ ਇਹ ਜੋ ਔਰਤਾਂ ਨਾਲ ਨਰਮੀ ਨਾਲ ਗੁਜ਼ਾਰਾ ਕਰਨਾ ਚਾਹੀਦਾ ਹੈ ਜੇ ਕੋਈ ਗੱਲ ਉਹਨਾਂ ਦੀ ਨਾਪਸੰਦ ਹੋਵੇ ਤਾਂ ਕੋਈ ਖੂਬੀ ਵੀ ਹੋਵੇਗੀ ਬਦਖੋਈ ਦੇ ਬਦਲੇ ਬਦਖੋਈ ਨਹੀਂ ਚਾਹੀਦੀ وَإِنْ أَرَدتُّمُ اسْتِبْدَالَ زَوْجٍ مَكَانَ زَوْجٍ وَآتَيْتُمْ إِحْدَاهُنَّ قِنطَارًا فَلَا تَأْخُذُوا مِنْهُ شَيْئًا أَتَأْخُذُونَهُ بُهْتَانًا وَإِثْمًا مُبِينًا ਤੇ ਜੇ ਤੁਸੀਂ ਚਾਹੋ ਇੱਕ ਬੀਵੀ ਦੀ ਥਾਂ ਦੂਜੀ ਬੀਵੀ ਭਾਵੇਂ ਦੇ ਚੁੱਕੇ ਹੋ ਕਿਸੇ ਨੂੰ ਉਹਨਾਂ ਵਿੱਚੋਂ ਢੇਰ ਮਾਲ ਦਾ ਤਾਂ ਨਾ ਲਓ ਉਸ ਵਿੱਚੋਂ ਇੱਕ ਜ਼ਰਾ ਭਲਾ ਉਹ ਲੈਂਦੇ ਹੋ ਤੋਮਤ ਲਾ ਕੇ ਤੇ ਗੁਨਾਹ ਖੁੱਲਾ ਖੱਟ ਕੇ وَكَيْفَ تَأْخُذُونَهُ وَقَدْ أَفْضَىٰ بَعْضُكُمْ إِلَىٰ بَعْضٍ وَأَخَذْنَ مِنكُم مِّيثَاقًا غَلِيظًا ਤੇ ਕਿਸ ਤਰ੍ਹਾਂ ਤੁਸੀਂ ਉਹ ਲੈਂਦੇ ਹੋ ਨਾਲੇ ਜ਼ਰੂਰ ਮੇਲ ਹੋ ਚੁੱਕਾ ਤੁਸਾਂ ਵਿੱਚੋਂ ਇਕਨਾਂ ਦਾ ਇਕਨਾਂ ਨਾਲ ਤੇ ਲੈ ਚੁੱਕੀਆਂ ਤੁਸਾਂ ਤੋਂ ਇਕਰਾਰ ਪੱਕਾ ਯਾਨੀ ਨਿਕਾਹ وَلَا تَنكِحُوا مَا نَكَحَ آبَاؤُكُم مِّنَ النِّسَاءِ إِلَّا مَا قَدْ سَلَفَ إِنَّهُ كَانَ فَاحِشَةً وَمَقْتًا وَسَاءَ سَبِيلًا ਤੇ ਨਾ ਵਿਆਹੋ ਜਿਨ੍ਹਾਂ ਔਰਤਾਂ ਨੂੰ ਵਿਆਹਿਆ ਤੁਹਾਡੇ ਪਿਓਾਂ ਨੇ ਪਰ ਜੋ ਅੱਗੇ ਹੋ ਚੁੱਕਾ ਸੋ ਹੋ ਚੁੱਕਾ ਉਹ ਜ਼ਰੂਰ ਹੈ ਬੇਹਯਾਈ ਦਾ ਕੰਮ ਤੇ ਗੁੱਸੇ ਦਾ ਤੇ ਕਈ ਬੁਰੀ ਰਸਮ ਹੈ حُرِّمَتْ عَلَيْكُمْ أُمَّهَاتُكُمْ وَبَنَاتُكُمْ وَأَخَوَاتُكُمْ وَعَمَّاتُكُمْ وَخَالَاتُكُمْ وَبَنَاتُ الْأَخِ وَبَنَاتُ الْأُخْتِ وَأُمَّهَاتُكُمُ اللَّاتِي أَرْضَعْنَكُمْ وَأَخَوَاتُكُم مِّنَ الرَّضَاعَةِ وَأُمَّهَاتُ نِسَائِكُمْ وَرَبَائِبُكُمُ اللَّاتِي فِي حُجُورِكُم مِّن نِّسَائِكُمْ
وربائبكم اللاتي في حجوركم من نسائكم اللاتي دخلتم بهن فإن لم تكونوا دخلتم بهن فلا جناح عليكم وحلائل أبنائكم الذين من أصلابكم وأن تجمعوا بين الأختين إلا ما قد سلف إن الله كان غفورا رحيما ਹਰਾਮ ਹੋਈਆਂ ਨੇ ਤੁਸਾਂ ਉੱਤੇ ਤੁਹਾਡੀਆਂ ਮਾਵਾਂ ਤੇ ਤੁਹਾਡੀਆਂ ਧੀਆਂ ਤੇ ਤੁਹਾਡੀਆਂ ਭੈਣਾਂ ਤੇ ਤੁਹਾਡੀਆਂ ਫੁੱਫੀਆਂ ਤੇ ਤੁਹਾਡੀਆਂ ਮਾਸੀਆਂ ਤੇ ਧੀਆਂ ਭਰਾ ਦੀਆਂ ਤੇ ਧੀਆਂ ਭੈਣ ਦੀਆਂ ਤੇ ਉਹ ਮਾਵਾਂ ਤੁਹਾਡੀਆਂ ਜਿਨ੍ਹਾਂ ਦੁੱਧ ਪਿਲਾਇਆ ਤੁਹਾਨੂੰ ਤੇ ਭੈਣਾਂ ਤੁਹਾਡੀਆਂ ਦੁੱਧ ਸ਼ਰੀਕ ਤੇ ਮਾਵਾਂ ਤੁਹਾਡੀਆਂ ਬੀਬੀਆਂ ਦੀਆਂ ਤੇ ਪਿੱਛ ਲੱਗਾ ਤੁਹਾਡੀਆਂ ਜਿਹੜੀਆਂ ਤੁਹਾਡੀ ਗੋਦ ਵਿੱਚ ਨੇ ਤੁਹਾਡੀਆਂ ਉਹਨਾਂ ਔਰਤਾਂ ਤੇ ਜਿਨ੍ਹਾਂ ਕੋਲ ਤੁਸੀਂ ਗਏ ਹੋ ਫਿਰ ਜੇ ਤੁਸੀਂ ਉਹਨਾਂ ਕੋਲ ਨਹੀਂ ਗਏ ਤਾਂ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਤੇ ਬੀਵੀਆਂ ਪੁੱਤਰਾਂ ਤੁਹਾਡਿਆਂ ਦੀਆਂ ਜਿਹੜੇ ਤੁਹਾਡੀ ਸੁਲਬ ਵਿੱਚੋਂ ਨੇ ਤੇ ਹਰਾਮ ਹੈ ਇਹ ਜੋ ਇਕੱਠੀਆਂ ਰੱਖੋ ਦੋ ਭੈਣਾਂ ਪਰ ਜੋ ਅੱਗੇ ਹੋ ਚੁੱਕਾ ਸੋ ਹੋ ਚੁੱਕਾ ਅੱਲਾ ਜ਼ਰੂਰ ਹੀ ਬਖਸ਼ਣਹਾਰ ਮਿਹਰਬਾਨ ਹੈ।